ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਦੀ ਮੀਟਿੰਗ ਹੋਈ, ਜਿਹਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਆਗੂ ਤੇ ਸੀਨੀਅਰ ਮੀਤ ਪ੍ਰਧਾਨ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਤੋਤਾ ਸਿੰਘ ਜੀ ਨੂੰ ਸ਼ਰਧਾਂਜਲੀ ਮੂਲ ਮੰਤਰ ਦੇ ਰੂਪ ਵਿੱਚ ਭੇਟ ਕੀਤੀ ਗਈ। ਉਹਨਾਂ ਦੇ ਨਾਲ ਹੀ ਸਾਡੇ ਜਿਹੜੇ ਦੋ ਵਪਾਰੀ ਭਾਈ ਰਣਜੀਤ ਸਿੰਘ ਤੇ ਭਾਈ ਕੁਲਜੀਤ ਸਿੰਘ ਜਿਹੜੇ ਪਾਕਿਸਤਾਨ ਦੇ ਵਿੱਚ ਪਿੱਛੇ ਸ਼ਰੇਆਮ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ, ਉਹਨਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਤੇ ਪਾਕਿਸਤਾਨ ਸਰਕਾਰ ਤੋਂ ਮੰਗ ਵੀ ਕੀਤੀ ਕਿ ਜਿਹੜੇ ਘੱਟ ਗਿਣਤੀਆਂ ਉੱਥੇ ਅਸੁਰੱਖਿਅਤ ਹੋ ਰਹੀਆਂ ਉਹਨਾਂ ਦਾ ਪੂਰਾ ਧਿਆਨ ਰੱਖਿਆ ਜਾਵੇ। ਤੇ ਅੱਜ ਦੇ ਇਸ ਉੱਚੇ ਇਸ ਗੱਲ ਦੀ ਵੀ ਐਪਰੀਸ਼ੀਏਸ਼ਨ ਕੀਤੀ ਗਈ ਕਿ ਘੱਟ ਗਿਣਤੀ ਦੇ ਬਾਵਜੂਦ ਜਿਸ ਉਤਸ਼ਾਹ ਨਾਲ ਤੇ ਜਿਸ ਡਰ ਭੈ ਤੋਂ ਮੁਕਤ ਹੋ ਕੇ ਪਾਕਿਸਤਾਨ ਦੇ ਸਿੱਖਾਂ ਨੇ ਆਪਣਾ ਮੁਜ਼ਾਹਰਾ ਕੀਤਾ, ਇਹ ਵੀ ਇੱਕ ਬਹੁਤ ਵੱਡੀ ਗੱਲ ਸੀ ਕਿ ਭਾਵੇਂ ਕਤਲ ਹੋਇਆ ਪਰ ਉਹਨਾਂ ਨੇ ਆਪਣਾ ਰੋਸ ਜਿਹੜਾ ਸੀ ਵੱਡੇ ਪੱਧਰ ਤੇ ਜ਼ਾਹਰ ਕੀਤਾ। ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ, ਆਪਣੀ ਤੋਂ ਵੀ ਤੇ ਪਾਕਿਸਤਾਨ ਦੀ ਤੋਂ ਵੀ, ਇਹਨਾਂ ਦੇ ਜਿਹੜੇ ਹਿੱਤ ਆ ਉਹਨਾਂ ਨੂੰ ਸੁਰੱਖਿਅਤ ਕੀਤਾ ਜਾਵੇ। ਦੂਸਰਾ, ਜਥੇਦਾਰ ਜੋਗਿੰਦਰ ਸਿੰਘ ਜੀ ਪੰਜਰਥ ਸਾਡੇ ਮੈਂਬਰ ਸਤਿਕਾਰਤ ਰਹੇ ਆ, ਉਹਨਾਂ ਦੀ ਅੱਜ ਤਸਵੀਰ ਲਾਉਣ ਦਾ ਵੀ ਜਿਹੜਾ ਇੱਥੇ ਫੈਸਲਾ ਕੀਤਾ ਗਿਆ। ਦੂਸਰਾ ਜਿਹੜਾ ਸਭ ਤੋਂ ਵੱਡਾ ਇੰਪੋਰਟੈਂਟ ਆ ਕਿ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਧਾਰੀ ਬੱਚਿਆਂ ਨੂੰ ਸਕਾਲਰਸ਼ਿਪ ਦੇ ਰੂਪ ਦੇ ਵਿੱਚ ਪੈਸੇ ਦਿੱਤੇ ਜਾਂਦੇ ਆ। ਪਿਛਲੇ ਸਾਲ ਅਸੀਂ 63 ਲੱਖ ਰੁਪਈਆ ਇਹ ਸਕਾਲਰਸ਼ਿਪ ਦੇ ਰੂਪ ਦੇ ਵਿੱਚ, ਤੇ ਦੂਸਰਾ ਜਿਹੜੇ ਧਾਰਮਿਕ ਪ੍ਰੀਖਿਆਵਾਂ ਦੇ ਵਿੱਚ ਬੱਚੇ ਅੱਵਲ ਤੇ ਸੈਕੰਡ ਰਹਿੰਦੇ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਆ। ਹੁਣ ਇਸ ਵਾਰ ਜਿਹੜਾ ਇਹ ਸੈਸ਼ਨ ਆ ਇਹਦੇ ਵਿੱਚ 6ਵੀਂ ਤੋਂ 10ਵੀਂ ਤੱਕ ਦੇ ਜਿਹੜੇ ਵਿਦਿਆਰਥੀ ਆ ਅੰਮ੍ਰਿਤਧਾਰੀ ਉਹਨਾਂ ਨੂੰ 3500 ਰੁਪਈਆ, 11ਵੀਂ ਤੋਂ 12ਵੀਂ ਵਾਲਿਆਂ ਨੂੰ 5000 ਰੁਪਈਆ, BA ਵਾਲਿਆਂ ਨੂੰ 8000 ਰੁਪਈਆ ਤੇ ਪੋਸਟ ਗ੍ਰੈਜੂਏਸ਼ਨ ਵਾਲੇ ਨੂੰ 10000 ਰੁਪਈਆ ਜਿਹੜਾ ਅੰਮ੍ਰਿਤਧਾਰੀ ਬੱਚੇ ਉਹਨਾਂ ਨੂੰ ਸਕਾਲਰਸ਼ਿਪ ਜਿਹੜਾ ਆ ਉਹ ਦਿੱਤਾ ਜਾਊਗਾ। ਦੂਸਰਾ, ਕਿਉਂਕਿ ਪੰਜਾਬ ਤੋਂ ਬਾਹਰ ਸਾਡੇ ਬਹੁਤ ਸਿੱਖ ਭਾਈਚਾਰਿਆਂ ਦੇ ਬੱਚੇ ਜਿਹੜੇ ਸ਼ੀਲੀਗਰ ਭਾਈਚਾਰਾ ਉਹ ਪੜ੍ਹਦੇ ਆ ਤੇ ਉਹਨਾਂ ਦੀਆਂ ਫੀਸਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀਆਂ ਦੀਆਂ ਪੂਰੀਆਂ ਦਿੰਦੀ ਆ। ਆਂਧਰਾ ਪ੍ਰਦੇਸ਼ ਦੇ ਵਿੱਚ ਸਾਡੇ ਕੋਲ 85 ਬੱਚੇ ਆ ਸਿੱਖ ਬੱਚੇ, ਜਿਨ੍ਹਾਂ ਦਾ 8 ਲੱਖ ਤੇ 21,000 ਰੁਪਈਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੇ ਵੱਖ-ਵੱਖ ਕੋਰਸਾਂ ਦੇ ਜਿਹੜੇ ਉਹ ਪੈਸੇ ਪੂਰੇ ਦਿੱਤੇ ਜਾਣੇ। ਇਸੇ ਤਰ੍ਹਾਂ ਛੱਤੀਸਗੜ੍ਹ ਦੇ ਵਿੱਚ 70 ਬੱਚੇ ਆ ਜਿਨ੍ਹਾਂ ਦਾ ਲਗਭਗ 7 ਲੱਖ ਰੁਪਈਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਦਿੱਤਾ ਜਾਣਾ। ਦੂਸਰਾ, ਅੱਜ ਦੀ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਰੋਜ਼ ਦੀ ਰੋਜ਼ ਖਰਾਬ ਹੁੰਦੀ ਜਾ ਰਹੀ ਆ, ਉਹ ਤੇ ਵੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਆ ਕਿ ਉਹਦੇ ਇਮੀਡੀਏਟ ਕੋਈ ਠੋਸ ਉਪਰਾਲੇ ਕੀਤੇ ਜਾਣ। ਲੋਕਾਂ ਦੇ ਵਿੱਚ ਬਹੁਤ ਪੈਨਿਕ ਆ ਤੇ ਇਹਦਾ ਜਿਹੜਾ ਆ ਠੋਸ ਹੱਲ ਕੱਢਿਆ ਜਾਵੇ। ਦੂਸਰਾ, ਮੈਂ ਇੱਕ ਇਹ ਵੀ ਪੰਜਾਬ ਸਰਕਾਰ ਤੋਂ ਮੰਗ ਵੀ ਕਰਦਾ ਤੇ ਇਸ ਮੰਗ ਦੇ ਨਾਲ ਇਹ ਵੀ ਮੈਂ ਬੇਨਤੀ ਕਰਦਾ ਕਿ ਆਪਾਂ ਇੱਕ ਮਜ਼ਾਕ ਜਿਹਾ ਵਾਂਗੂ ਨਾ ਕਰੀਏ, ਕਦੇ ਸਿਕਿਉਰਿਟੀ ਦੇ ਦਿੱਤੀ ਤੇ ਕਦੇ ਸਿਕਿਉਰਿਟੀ ਵਾਪਸ ਤੇ ਕਦੇ ਦੇ ਦਿੱਤੀ। ਇਹਦੇ ਨਾਲ ਵੀ ਅਨਰੈਸਟਨੈਸ ਲੋਕਾਂ 'ਚ ਬਹੁਤ ਹੋਈ ਆ, ਖਾਸ ਕਰਕੇ ਸਾਡੇ ਸਿੰਘ ਸਾਹਿਬਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ। ਕੱਲ ਸੈਂਟਰ ਸਰਕਾਰ ਨੇ ਉਹਨਾਂ ਨੂੰ ਬਲੈਕ ਕਮਾਂਡੋ ਜਿਹੜੇ ਆ ਕਮਾਂਡੋ ਦੇ ਦਿੱਤੀ ਫੋਰਸ, ਪਰ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ
ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰੱਥ ਆ। ਸਿੰਘ ਸਾਹਿਬ ਨਾਲ ਰਾਤ ਵੀ ਗੱਲ ਹੋਈ ਸੀ, ਅਸੀਂ ਉਹਨਾਂ ਨੂੰ ਆਪਣੀ ਸਿਕਿਉਰਿਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੋਵਾਈਡ ਕਰ ਦਿੱਤੀ ਆ। ਜਥੇਦਾਰ ਰਘਬੀਰ ਸਿੰਘ ਹੁਣਾਂ ਨੂੰ ਵੀ ਕਰਤੀ, ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਕੱਲ ਬਿਆਨ ਵੀ ਦਿੱਤਾ ਕਿ ਮੈਨੂੰ ਹੁਣ ਸਰਕਾਰੀ ਸੁਰੱਖਿਆ ਦੀ ਕੋਈ ਲੋੜ ਨਹੀਂ। ਤੇ ਮੈਂ ਸਮਝਦਾ ਇੱਕ ਸਾਡਾ ਦਸਤੂਰ ਵੀ ਖਾਲਸਾ ਪੰਥ ਦਾ ਰਿਹਾ ਕਿ ਨਾਲ ਆਪਣੇ ਅੰਮ੍ਰਿਤਧਾਰੀ ਸਿੰਘ ਸ਼ਾਸਤਰ ਤੇ ਬਾਸਤਰ ਲੈ ਕੇ ਨਾਲ ਤਿਆਰ ਬਰ ਤਿਆਰ, ਇਹ ਇੱਕ ਸਾਡੀ ਰਵਾਇਤ ਵੀ ਸੀ ਖਾਲਸੇ ਦੀ। ਉਹ ਜਿਹੜੀ ਅੱਜ ਮੈਂ ਸਮਝਣਾ ਸਾਡੀ ਮਰਿਆਦਾ ਚੱਲਦੀ ਸੀ ਪਿਛਲੇ ਸਮੇਂ ਤੋਂ, ਉਹ ਵੀ ਬਹਾਲ ਹੋਈ ਆ ਸਿੰਘ ਸਾਹਿਬਾਂ ਦੀ ਸੁਰੱਖਿਆ ਦੇ ਰੂਪ ਦੇ ਵਿੱਚ। ਸੋ ਇਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਉਚੇਚੇ ਤੌਰ ਤੇ ਜਿਹੜਾ ਆਪਣਾ ਕਦੇ ਸਿਕਿਉਰਿਟੀ ਵਾਪਸ ਦਾ ਤੇ ਕਦੇ ਦੇਣ ਦਾ, ਇਹਦੀ ਮੈਂ ਪੁਰਜੋਰ ਸ਼ਬਦਾਂ 'ਚ ਨਿਖੇਧੀ ਵੀ ਕਰਦਾ। ਸੋ ਅੱਜ ਹਾਊਸ ਦੇ ਵਿੱਚ ਇਹ ਵੀ ਇੱਕ ਮੁੱਦਾ ਸੀ ਕਿ ਪੰਜਾਬ ਦੀ ਸਰਕਾਰ ਇਹ ਲੋਕਾਂ ਦੇ ਜਿਹੜੇ ਹਿੱਤ ਆ ਉਹਨਾਂ ਨੂੰ ਸੁਰੱਖਿਅਤ ਕਰੇ। ਉਸ ਤੋਂ ਇਲਾਵਾ ਇੱਕ ਸਾਡਾ ਅਹਿਮ ਇੱਕ ਅੱਜ ਜਿਹੜਾ ਉਹ ਵੀ ਸਾਡਾ ਫੈਸਲਾ ਹੋਇਆ, ਉਹ ਇਹ ਫੈਸਲਾ ਸਮੁੱਚੇ ਹਾਊਸ ਨੇ ਕੀਤਾ ਕਿ ਜਿਹੜੇ ਕੋਈ VIP ਡਿਗਨੇਟਰੀਜ਼ ਆਉਂਦੇ ਆ, ਜਿਹੜੇ ਕੋਈ ਸਰਕਾਰ ਦੇ ਅਫਸਰ ਸਾਹਿਬਾਨ ਜਾਂ ਹੋਰ ਕੋਈ ਚੰਗੇ ਸੁਹਿਰਦ ਸਿੱਖ ਆਉਂਦੇ ਆ, ਕੁਝ ਇਤਿਹਾਸਕ ਸਥਾਨਾਂ ਨੂੰ ਛੱਡ ਕੇ ਕਿਸੇ ਨੂੰ ਵੀ ਗੁਰੂ ਦਰਬਾਰ ਦੇ ਵਿੱਚ ਕੋਈ ਸਿਰ ਪਾਉ ਨਹੀਂ ਦਿੱਤਾ ਜਾਊਗਾ। ਉਹਨਾਂ ਦਾ ਮਾਣ ਸਤਿਕਾਰ ਜਿਹੜਾ ਮੈਨੇਜਰ ਸਾਹਿਬ ਦਾ ਕਮਰਾ ਜਾਂ ਸਾਡਾ ਜਿਹੜਾ ਕੋਈ ਇਨਫੋਰਮੇਸ਼ਨ ਸੈਂਟਰ ਹੋਊਗਾ, ਉੱਥੇ ਉਹਨਾਂ ਦਾ ਮਾਣ ਸਤਿਕਾਰ ਕੀਤਾ ਜਾਊਗਾ। ਉੱਥੇ ਉਹਨਾਂ ਨੂੰ ਜੋ ਵੀ ਜਲ ਪਾਣੀ ਗੁਰੂ ਘਰ ਦੀ ਮਰਿਆਦਾ ਹੈ ਉਹ ਛਕਾਇਆ ਜਾਊਗਾ। ਸੋ ਉਹ ਤੋਂ ਇਲਾਵਾ ਕਿਉਂਕਿ ਆ ਜਿਹੜਾ ਮਹੀਨਾ 1 ਜੂਨ ਤੋਂ ਲੈ ਕੇ 6 ਜੂਨ ਤੱਕ, ਇਹਦੇ ਤੇ ਹਰ ਇੱਕ ਸਿੱਖ ਜਿਹੜਾ ਆ ਉਹਦੀ ਮਾਨਸਿਕਤਾ ਇਹਨਾਂ ਦਿਨਾਂ ਦੇ ਵਿੱਚ ਉਹ ਪੀੜਾ ਦੇ ਵਿੱਚ ਆਉਂਦੀ। ਉਹਦਾ ਕਾਰਨ ਕੀ ਆ ਕਿ 1984 ਦੇ ਵਿੱਚ ਜਿਹੜਾ ਇੱਥੇ ਘੱਲੂਘਾਰਾ ਆ, ਔਰ ਉਹ ਘੱਲੂਘਾਰੇ ਦੇ ਵਿੱਚ ਬਹੁਤ ਸਾਰੇ ਸਾਡੇ ਜਿਹੜੇ ਸ਼ਰਧਾਲੂ ਸੀਗੇ ਉਹ ਵੀ ਸ਼ਹੀਦੀਆਂ ਪਾ ਗਏ, ਔਰ ਬਹੁਤ ਸਾਰੇ ਸਾਡੇ ਹੋਰ ਜਿਹੜੇ ਬੱਚੇ ਨਾਲ, ਉਹਨਾਂ ਦੇ ਬੀਬੀਆਂ ਨਾਲ ਬਜ਼ੁਰਗ ਸੀਗੇ, ਉਹ ਬੇਹਿਸਾਬੇ ਤੌਰ ਦੇ ਉੱਤੇ ਨਿਹੱਥਿਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਤੇ ਇਹ ਮੈਂ ਸਮਝਦਾ ਛੋਟੇ ਤੇ ਵੱਡੇ ਘੱਲੂਘਾਰੇ ਤੋਂ ਕਿਤੇ ਵੀ ਘੱਟ ਨਹੀਂ। ਪਰ ਸਿੱਖਾਂ ਦੀ ਇੱਕ ਰਵਾਇਤ ਰਹੀ ਆ, ਉਹ ਰਵਾਇਤ ਕੀ ਸੀ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਿਸਲੇ ਵੀ ਕਿਸੇ ਨੇ ਹੀਹਾ ਕੀਤਾ, ਚਾਹੇ ਮੁਸਲਮਾਨਾਂ ਦੇ ਰੂਪ ਦੇ ਵਿੱਚ ਚਾਹੇ ਗੋਰਿਆਂ ਦੇ ਰੂਪ ਦੇ ਵਿੱਚ, ਤੇ ਸਿੱਖਾਂ ਨੇ ਡਟ ਕੇ ਮੁਕਾਬਲਾ ਕੀਤਾ। ਇਹੀਓ ਕਾਰਨ ਆ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ, ਉਹਨਾਂ ਦਾ ਬੁੰਗਾ ਵੀ ਇੱਥੇ ਬਣਿਆ ਆ। ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ, ਉਹਨਾਂ ਦਾ ਬੁੰਗਾ ਵੀ ਬਣਿਆ ਆ। ਤੇ ਹੁਣ 1984 ਦੇ 20ਵੀਂ ਸਦੀ ਦੇ ਮਹਾਨ ਸਿੱਖ ਸੱਚਖੰਡ ਵਾਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦੇ ਨਾਲ ਭਾਈ ਅਮਰੀਕ ਸਿੰਘ ਜੀ ਅਮਰ ਸ਼ਹੀਦ, ਉਹਨਾਂ ਦੇ ਨਾਲ ਬਾਬਾ ਠਾਰਾ ਸਿੰਘ ਜੀ ਤੇ ਜਨਰਲ ਸ਼ਵੇਕ ਸਿੰਘ ਜੀ, ਉਹਨਾਂ ਦਾ ਵੀ ਬੁੰਗਾ, ਤੇ ਸਾਰੇ ਬਾਕੀ ਜਿੰਨੇ ਵੀ 84 ਦੇ ਵਿੱਚ ਇੱਥੇ ਸਿੰਘ ਸ਼ਹੀਦ ਹੋਏ ਆ, ਉਹਨਾਂ ਦੀ ਯਾਦ ਦੇ ਵਿੱਚ ਵੀ ਇਹ ਬੁੰਗਾ ਇੱਥੇ ਸਾਰਿਆ ਗਿਆ। ਸੋ ਮੇਰਾ ਕਹਿਣ ਤੋਂ ਭਾਵ ਕਿ ਜਦੋਂ ਵੀ ਸਰਕਾਰ ਨੇ ਦਰਬਾਰ ਸਾਹਿਬ ਵੱਲ ਨੂੰ ਕਦੇ ਮੈਲੀ ਅੱਖ ਕੀਤੀ, ਸਿੱਖ ਨੇ ਕਦੇ ਬਰਦਾਸ਼ਤ ਨਹੀਂ ਕੀਤਾ। ਸੋ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਅੱਜ ਸ੍ਰੀ ਅਖੰਡ ਪਾਠ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਾਰੰਭ ਕੀਤੇ ਗਏ ਆ, ਜਿਨ੍ਹਾਂ ਦੇ 6 ਤਰੀਕ ਨੂੰ ਸਵੇਰੇ ਅੰਮ੍ਰਿਤ ਵੇਲੇ ਭੋਗ ਪਾਏ ਜਾਣਗੇ। ਉਸ ਤੋਂ ਬਾਅਦ ਫਿਰ ਕੀਰਤਨ ਦਰਬਾਰ, ਤੇ ਉਸ ਤੋਂ ਬਾਅਦ ਸ਼ਹੀਦਾਂ ਸਿੰਘਾਂ ਦਾ ਫਿਰ ਜਿਹੜਾ ਉੱਥੇ ਸਤਿਕਾਰ ਕੀਤਾ ਜਾਊਗਾ। ਉਸ ਤੋਂ ਇਲਾਵਾ ਜਿਹੜੇ ਸਾਡੇ 2 ਪਵਿੱਤਰ ਸਰੂਪ ਉਸ ਜੂਨ 1984 ਦੇ ਵਿੱਚ ਫੱਟੜ ਹੋਏ,
और कदे हीहा नहीं किया मेरा ख्याल अज तक किसी ने कि सचखंड श्री दरबार साहब जी के थले प्रकाशमान सतगुरु जी के हथ लिखत स्वरूप उत्थे गोली आके लगी तत्करे तो लैके जिथों साडे पवित्र गुरबाणी श्री सुखमनी साहब 262 अंक तो शुरू होती आ उत्थे तक उहदी मार गई। तो मेरा वीर कल मैनू पुछदा सी अमृतपाल ते अज मैं जाके भी आया, वो सारे उन्हां अंगां दे विच जिहड़े अखर सी सतगुरु जी दे वो भी कल्ले कल्ले चुक के ते वो डब्बी दे विच साਂਭ के रखे आ। वो जिहड़ा कार्टरिज जिहड़ी गोली आके विच लगी ते विच रह गई वो भी उत्थे संगतां लई अज उत्थे दर्शनां लई जिहड़ी आ उत्थे शहीद बाबा गुरबख्श सिंह जी दे बुंगा विखे शोभित की गई आ। एक साडे दूसरे स्वरूप क्योंकि बड़े आकार दे आ जिहड़े हर की पौड़ी विखे प्रकाशमान सी अखंड पाठ साहब चलते सी वो भी फट्टड़ होए, वो साडे कोल सुरक्षित पए आ बाकी स्वरूपों के नाल। सो मेरा कहण तो भाव कि आ जिहड़ा 4 तो 2 तरीक तो लैके 6 तरीक तक ये जिहड़े जख्म हर एक सिख दे हर साल अल्ले हो जाते आ। पर मैं पहला भी कहना हुण भी कहना सिख जिन्नी वारी भी अरदास करदा एक तो अमृत वेले उठदा सतगुरु का धन्नवाद करदा कि रात सुख की गुजारी दिन चढ़िया सुख का सतगुरु जी बतीत करियो ते नाल समाप्ति करदा नानक नाम चढ़दी कला तेरे पाने सरबत दा भला। फिर नितनेम तो बाद भी फिर सतगुरां दे चरनां 'च भी सोदर दे पाठ तो बाद भी कीर्तन सोले तो बाद भी ते फिर भी कई बारी सानू इहो जिहा एहसास होंदा। वो एहसास की पीड़ा मैं कल भी महसूस करदा सी कि अज साडे बंदी सिंह 32-33 साल जिंदगी का थोड़ा समा नहीं होंदा ते उन्हां नूं अज भी छड्डण दे विच एक 11 मैंबरी कमेटी बनाई गई और असीं 20 तरीक की मानयोग प्रधानमंत्री साहब नूं चिट्ठी भी लिख के भेजी आ। ਉਹਦੀ ਸਾਨੂੰ रिप्लाई चिट्ठी रसीद की तो आ गई, असीं एक रिमाइंडर भी दे चुके हैं पर वो अज तक सानू समा नहीं मिलिया। उन्हां दे नाल असीं होम मिनिस्टर ऑफ इंडिया ऑनरेबल श्री अमित शाह जी नूं भी चिट्ठी लिखी आ, ਉਹਦਾ सानू हाले तक समा नहीं मिलिया। चीफ मिनिस्टर श्री केजरीवाल दिल्ली के मुख मंत्री उन्होंने भी चिट्ठी लिखी आ, उन्होंने भी चिट्ठी की रसीद तो भेज दी है पर समा नहीं दिता। इस तरह करनाटका के मुख मंत्री उन्होंने भी चिट्ठी लिखी आ पर सानू अफसोस ना कहना पैंदा कि साडा उन्हां दे विच कोई इंसाफ नहीं सानू मिल रहा। सो असीं चाहुंदे हां भी प्रधानमंत्री साहब ये जिहड़े साडे सिख बेचारे नज़रबंद जुझारू वीर बैठे आ, बहुत लम्मा समा हो गया जे 31 साल कैद कट के राजीव गांधी का जिहड़ा वो हथियारा सी वो अज परोल ते रिहा हो चुका ते सानू भी ये रिलैक्सेशन उन्हां महान योधियां नूं जिन्हीं जिंदगी की जवानी अपने जेलों दे विच रला दित्ती आ उन्हां नूं भी जिहड़ा आ वो रिहा किया जावे तां कि आ जिहड़ा साडा जून का महीना इहदे विच सानू ये महसूस होवे कि साडे नाल इंसाफ होया। दूसरी मैं समुचे तौर के उत्ते सारी सिख संगत नूं अपील करनी चाहुंदा कि आओ 6 जून का दिहाड़ा आपां सारे इकट्ठे होके एक सुरता नाल मनाइए। तुहाडी एक सुरता उन्हां दे दरबारां तक भी पहुँचूगी जिथों आपां इंसाफ मंगदे हां। सो इन्ना कज समूचे तौर पर साडा श्रोमणी गुरुद्वारा प्रबंधक कमेटी की एग्जैक्टिव का एजेंडा सी जिहड़ा सारे गुरुद्वारे साहिबां दे अखंड पाठ साहिब जिहड़े तकरीबन आपां आ डिस्कस कीते। उस तो इलावा साढ़े 38 गुरुद्वारा साहिबान होर भी सी जिन्हां दे विच फौजी कार्रवाई 84 च होई सी, उन्होंने भी व्यवस्था सारे अखंड पाठ प्रारंभ हो गए, उन्होंने भी भोग पाए जाने। तो मैं तो समझदा सारे
ਇਸ ਦੁਨੀਆ ਤੇ ਸਾਰੇ ਸਾਤੋਂ ਇਲਾਵਾ ਵੀ ਸਾਰੇ ਆਪ ਵੀ ਇਸ ਦਿਨ ਨੂੰ ਉਸ ਦਿਨ ਦੇ ਨਾਲ ਰਲਾ ਕੇ ਦੇਖਦੇ ਆ, ਕਿਉਂਕਿ ਸਾਹਿਬਾਂ ਦਾ ਸ਼ਹੀਦੀ ਦਿਹਾੜਾ ਸੀ ਤੇ ਉਹ ਸ਼ਹੀਦੀ ਦਿਹਾੜੇ ਨੂੰ ਇਹਨਾਂ ਨੇ ਇੱਕ ਘੱਲੂਘਾਰੇ ਦੇ ਰੂਪ ਦੇ ਵਿੱਚ ਸਾਨੂੰ ਉਹ ਯਾਦ ਦਿਵਾਇਆ। ਸੋ ਸਾਰੇ ਉਸ ਯਾਦ ਦੇ ਵਿੱਚ ਅਖੰਡ ਪਾਠਾਂ ਦਾ ਭੋਗ ਪਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਇਹ ਵੀ ਇੱਕ ਲੁਕਣ ਮਿਚੀ ਦੀ ਮੈਂ ਸਮਝਦਾ ਗੇਮ ਹੋਈ ਆ ਕਿ ਪੰਜਾਬ ਸਰਕਾਰ ਨੇ ਵਾਪਸ ਲੈ ਲਈ ਤੇ ਅਸੀਂ ਧੰਨਵਾਦ ਕਰਦੇ ਹਾਂ ਸੈਂਟਰ ਸਰਕਾਰ ਦਾ। ਉਹਨਾਂ ਨੇ ਕਮਾਂਡੋ ਜਿਹੜੇ ਆ ਉਹ ਸਿੰਘ ਸਾਹਿਬ ਨੂੰ ਦੇ ਦਿੱਤੇ। ਇਹ ਜਿਹੜੇ ਕਮਾਂਡੋ ਹੁੰਦੇ, ਕਿਉਂਕਿ ਇਹ ਬਾਹਰੋਂ ਆਉਂਦੇ ਆ, ਇਹਨਾਂ ਦੀ ਸਿੱਖ ਆਇਡੈਂਟੀਟੀ ਨਹੀਂ ਹੁੰਦੀ। ਆਇਡੈਂਟੀਟੀ ਇਨ ਦਾ ਸੈਂਸ ਵੀ ਸਿੰਘ ਸਾਹਿਬ ਦੇ ਨਾਲ ਸਿੰਘ ਤੁਰੇ ਹੋਣ, ਕਿਉਂਕਿ ਗੁਰੂ ਘਰਾਂ ਦੇ ਵਿੱਚ ਜਾਣਾ। ਤੇ ਅਸੀਂ ਉਹਨਾਂ ਦਾ ਧੰਨਵਾਦ ਤਾਂ ਕੀਤਾ, ਪਰ ਨਾਲ ਹੀ ਸਿੰਘ ਸਾਹਿਬ ਨੇ ਇਹ ਵੀ ਕਹਿ ਦਿੱਤਾ ਵੀ ਇਹ ਮੇਰੇ ਲਈ ਜਿਹੜੀ ਆ ਇਹ ਯੋਗ ਪ੍ਰਬੰਧ ਨਹੀਂ। ਯੋਗ ਪ੍ਰਬੰਧ ਇਸ ਕਰਕੇ ਨਹੀਂ ਕਿ ਕਿਉਂਕਿ ਕਈ ਵਾਰੀ ਜਿਹੜੀ ਰਹਿਤ ਮਰਿਆਦਾ ਉਹਦੇ ਵਿੱਚ ਉਲੰਘਣਾ ਹੋ ਜਾਂਦੀ ਆ। ਸੋ ਅਸੀਂ ਆਪਣੇ ਤੌਰ ਤੇ ਵੀ ਸਮਰੱਥ ਹਾਂ। ਹੁਣ ਸਿੰਘ ਸਾਹਿਬ ਨੇ ਵੀ ਰਾਤ ਕਹਿ ਦਿੱਤਾ ਸੀ, ਪਰ ਉਹਨਾਂ ਅਸੀਂ ਧੰਨਵਾਦ ਕੀਤਾ, ਤੁਸੀਂ ਇਸ ਗੱਲ ਨੂੰ ਮਹਿਸੂਸ ਕੀਤਾ। ਪਰ ਸਿੰਘ ਸਾਹਿਬ ਨੇ ਰਾਤ ਹੀ ਟੇਪ ਭਰ ਕੇ ਕਹਿ ਦਿੱਤਾ ਸੀ ਵੀ ਇਹ ਮੈਂ ਹੁਣ ਸਿਕਿਉਰਿਟੀ ਜਿਹੜੀ ਪੰਜਾਬ ਪੁਲਿਸ ਦੀ ਵੀ ਨਹੀਂ ਲੈਣੀ, ਕਮਾਂਡੋ ਵਾਲੀ ਤੇ ਇੱਕ ਪਾਸੇ ਰਹਿ ਗਈ। ਜਿਹੜੇ ਕਮਾਂਡੋ ਦਾ ਜੋ ਜਾਣਕਾਰੀ ਹਾਸਲ ਹੋਈ ਹੈ ਉਹਦੇ ਮੁਤਾਬਕ 4 ਜਿਹੜੇ ਨੇ ਐਸਪੀਜੀ ਦੇ ਕਮਾਂਡੋ ਜਿਹੜੇ ਨੇ ਉਹ ਨਾਲ ਚੱਲ ਰਹੇ ਨੇ। 6 ਜਿਹੜੇ ਪੰਜਾਬ ਪੁਲਿਸ ਨੇ ਵਾਪਸ ਦੇ ਦਿੱਤੇ ਸੀ ਉਹ ਵੀ ਨਾਲ ਚੱਲਦੇ ਨੇ। ਦੇਖੋ, ਸਿੰਘ ਸਾਹਿਬ ਦੇ ਨਾਲ ਕੱਲ ਵੀ ਮੇਰੀ ਸਵੇਰੇ ਉਹਨਾਂ ਨਾਲ ਗੱਲ ਹੋਈ ਸੀ। ਕੱਲ ਵੀ ਜਿਹੜੇ ਉਹ ਆਏ ਆ ਉਹ ਕਹਿੰਦੇ ਮੈਨੂੰ ਕੋਈ ਲੋੜ ਨਹੀਂ, ਨਾ ਮੈਂ ਲੈਣੇ ਆ। ਪਰ ਜੇ ਹੁਣ ਕੋਈ ਧੱਕੇ ਨਾਲ ਹੀ ਪਿੱਛੇ ਨਾਲ ਜੋੜ ਦੇਵੇ ਤੇ ਜੇ ਕੋਈ ਬੰਦਾ ਕਹਿੰਦਾ ਵੀ ਮੈਂ ਨਹੀਂ ਸਿਕਿਉਰਿਟੀ ਲੈਣੀ, ਤੇ ਇੱਥੇ ਦਾ ਸਿਕਿਉਰਿਟੀਆਂ ਲੈਣ ਵਾਲਿਆਂ ਦੇ ਝਗੜੇ ਆ। ਤੇ ਜੇ ਸਿਕਿਉਰਿਟੀ ਕੋਈ ਕਹਿੰਦਾ ਨਹੀਂ ਲੈਣੀ ਤਾਂ ਇਹਨਾਂ ਨੂੰ ਪੁੱਛ ਹੋਣਾ ਚਾਹੀਦਾ ਹੈ। ਕੇਂਦਰ ਸਰਕਾਰ ਨੇ ਮੁਹੱਈਆ ਕਰਾਈ ਹੈ, ਉਹਨਾਂ ਨੂੰ ਕਿਤੇ ਇੰਟੈਲੀਜੈਂਸੀ ਤੋਂ ਪਤਾ ਹੋਏਗਾ ਕਿ ਵਾਕਈ ਲੋੜ ਹੈਗੀ ਸਿੰਘ ਸਾਹਿਬ। ਦੇਖੋ, ਸਿੰਘ ਸਾਹਿਬ ਨੂੰ ਕੋਈ ਖਤਰਾ ਨਹੀਂ, ਸਿੰਘ ਸਾਹਿਬ ਨੂੰ ਕੋਈ ਇੰਟੈਲੀਜੈਂਸੀ ਦੀ ਰਿਪੋਰਟ ਕੁਛ ਨਹੀਂ ਕਹਿੰਦੀ। ਸਾਡੇ ਜਿਹੜੇ ਆਪਣੇ ਨਾਲ ਜੁਝਾਰੂ ਆ ਉਹ ਤਾਂ ਮਰਜੀਬੜੇ ਆ ਉਹਨਾਂ ਦੇ ਨਾਲ। ਇੱਕ ਤਾਂ ਪ੍ਰਧਾਨ ਜੀ, ਜਿੱਦਣ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਉਸ ਦਿਨ ਡੀਜੀਪੀ ਸਾਹਿਬ ਰਾਤ ਨੂੰ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਕਿ ਘੱਲੂਘਾਰਾ ਦਿਵਸ ਕਰਕੇ ਅਸੀਂ ਸੁਰੱਖਿਆ ਜਿਹੜੀ ਵਾਪਸ ਲੈ ਰਹੇ। ਤੁਹਾਨੂੰ ਲੱਗਦਾ ਕਿ ਇੰਨੀ ਜ਼ਿਆਦਾ ਸੁਰੱਖਿਆ ਜਾਂ ਜਿੱਦਾਂ ਦਾ ਕਈ ਸਾਲਾਂ ਤੋਂ ਅਸੀਂ ਵੀ ਕਵਰੇਜ ਕਰ ਰਹੇ ਹਾਂ, ਜਿੱਦਾਂ ਦਾ ਸ਼ਹਿਰ ਦੇ ਵਿੱਚ ਬਟਾਲੀਅਨ ਨੇ ਮੰਗਾਈਆਂ ਬਿਲਕੁਲ। ਦੇਖੋ, ਪੰਜਾਬ ਦੀ ਦਹਿਸ਼ਤ ਪੈਦਾ ਬਲੂ ਸਟਾਰ ਤੋਂ ਬਾਅਦ ਵੀ ਮੇਰਾ ਖਿਆਲ ਇੰਨੀ ਫੋਰਸ ਨਹੀਂ ਲੱਗੀ ਜਿਹੜੀ ਸੈਂਟਰ ਦੀ ਫੋਰਸ ਹੀ ਨਹੀਂ ਮੰਗਾਈ ਆ। 10 ਕੰਪਨੀਆਂ ਮੰਗਾਈਆਂ ਸੀ, ਮੇਰੇ ਖਿਆਲ 6 ਆ ਗਈਆਂ। ਤੇ ਇਹ ਘੱਲੂਘਾਰਾ ਦਿਵਸ ਨਹੀਂ, ਇਹ ਤਾਂ ਪਹਿਲਾਂ ਦੀਆਂ ਸਿਕਿਉਰਿਟੀਆਂ ਵਾਪਸ ਲੈਣ ਦੇ ਆਰਡਰ ਹੋਏ ਆ। ਇਹ ਘੱਲੂਘਾਰੇ ਦਿਵਸ ਦੇ ਨਾਲ ਉਹਨੂੰ ਸਿਰਫ ਇੱਕ ਜੋੜ ਦਿੱਤਾ ਜਾਂਦਾ ਤਾਂ ਕਿ ਉਹਦੀ ਇੱਕ ਐਕਸਪਲੇਨੇਸ਼ਨ ਬਣ ਜਾਏ। ਦਹਿਸ਼ਤ ਪੈਦਾ ਕਰ ਦੇ ਵਿੱਚ ਜੋ ਨੁਕਸਾਨ ਹੋਇਆ ਸੀ ਹਰਮੰਦਰ ਦੂਸਰੀ ਸ਼੍ਰੋਮਣੀ ਕਮੇਟੀ ਨੇ ਮੁਆਵਜ਼ੇ ਦਾ ਕੇਸ ਕੀਤਾ, ਉਹਦਾ ਕੀ ਸਟੇਟਸ ਹੈ? ਜੋ ਦੇਖੋ, 1000 ਕਰੋੜ ਦਾ ਕੇਸ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਆ। ਉਹਦੇ 'ਚ ਕੁਝ ਸਮੱਸਿਆਵਾਂ ਪਹਿਲਾਂ ਇਹ ਆਈਆਂ ਵੀ ਸਾਨੂੰ ਕੋਰਟ ਫੀਸ ਲਾਉਣਾ ਪਿਆ, ਉਹ ਕੋਰਟ ਫੀਸ ਵੀ ਅਸੀਂ ਲਾਤਾ। ਉਹ ਤੋਂ ਬਾਅਦ ਕੋਵਿਡ ਆ ਕੇ ਕੋਰਟਾਂ ਬੰਦ ਰਹੀਆਂ। ਫਿਰ ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਬੈਠ ਕੇ ਇਹ ਫੈਸਲਾ ਕਰੋ। ਅਸੀਂ ਕਿਹਾ ਠੀਕ ਆ। ਉਹਦੇ ਵਿੱਚ ਸਾਡੀ ਸਬ ਕਮੇਟੀ ਗਈ ਦਿੱਲੀ, ਪਰ ਉੱਥੇ ਸਕੱਤਰ ਲੈਵਲ ਦੇ ਬੰਦੇ ਬੈਠੇ ਸੀ, ਕੋਈ ਮੋਹਰੇ ਵਜ਼ੀਰ ਨਹੀਂ ਸੀ, ਕੋਈ ਹੋਰ ਅਫਸਰ ਨਹੀਂ ਸੀ। ਇਸ ਕਰਕੇ ਉਹ ਕਹਿੰਦੇ ਵੀ ਤੁਹਾਡੇ ਨਾਲ ਅਸੀਂ ਕੀ ਗੱਲ ਕਰਾਂਗੇ, ਸਾਡੀ ਮੁੱਕਣੀ ਨਹੀਂ ਕੋਈ ਵੀ ਗੱਲ। ਉਹ ਵਾਪਸ ਆ ਗਏ ਤੇ ਅਸੀਂ ਤਾਂ ਹੁਣ ਕੋਰਟ ਦੇ ਭਰੋਸੇ ਤੇ ਹੀ ਆ। ਸੁਪਰੀਮ ਕੋਰਟ ਦੇ ਵਿੱਚ ਕੇਸ ਪੈਂਡਿੰਗ ਪਿਆ, ਉਹਦਾ ਜੋ ਫੈਸਲਾ ਹੋਊਗਾ ਸਿਰ ਮੱਥੇ ਪ੍ਰਵਾਨ ਕਰਾਂਗੇ। ਜੂਨ 84 ਚ ਜਿੰਨੇ ਸਿੰਘ ਸ਼ਹੀਦ ਹੋਏ, ਨਾ ਤੇ ਅੱਜ ਤੱਕ ਉਹਨਾਂ ਦੀ ਗਿਣਤੀ ਸਾਹਮਣੇ ਆਈ ਹੈ ਤੇ ਨਾ ਉਹਨਾਂ ਦੀਆਂ ਤਸਵੀਰਾਂ ਹੀ ਹੱਲੇ ਤੱਕ ਜਾਗ ਕਰ ਗੈਲਰੀ ਵੀ ਕੰਪਲੀਟ ਨਹੀਂ ਹੋਈ। ਇਹ ਮੇਰੀ ਬਾਬਾ ਜੀ ਨਾਲ ਜਿਨ੍ਹਾਂ ਨੇ ਇਹ ਸੁਸ਼ੋਭਿਤ ਕਰਨੀ ਆ ਗੱਲ ਹੋ ਗਈ ਸਾਰੀ। ਇੱਕ ਦਲ ਖਾਲਸਾ ਨੇ ਵੀ ਡਾਇਰੈਕਟਰੀ ਜਾਰੀ ਕੀਤੀ ਸੀ, ਪਰ ਉਹ ਵੀ ਅਧੂਰੀ ਆ। ਹੁਣ ਅਸੀਂ ਤਕਰੀਬਨ ਕੰਪਲੀਸ਼ਨ ਕਰ ਰਹੇ ਹਾਂ ਤੇ ਉਹ ਬਾਬਾ ਜੀ ਜਿਹੜੀਆਂ ਵੀ ਬਲੂ ਸਟਾਰ ਵੇਲੇ ਦੇ ਜਿੰਨੇ ਵੀ ਸਿੰਘ ਜਿਹੜੇ, ਕਿਉਂਕਿ ਕਈ ਗੁਪਤ ਵਿਚਾਰਿਆਂ ਦਾ ਪਤਾ ਨਹੀਂ ਲੱਗਾ, ਉਹ ਪਤਾ ਕਰਕੇ ਉਹ ਸਾਰੀਆਂ ਛੇਤੀ ਲਾ ਦਿਆਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।